ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਰੱਦ ਤੇ ਇਸ ਰੈਲੀ ਦੇ ਰੱਦ ਹੋਣ ਦੇ ਪਿੱਛੇ ਕੀ ਕਾਰਨ ਰਹੇ ਨੇ, ਉਹਨਾਂ ਬਾਰੇ ਸਾਡੇ ਨਾਲ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਬੜੀ ਮਿਹਰਬਾਨੀ ਆਤਿਸ਼ ਜੀ। ਚਰਨਜੀਤ ਜੀ, ਤਿੰਨੋਂ ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ 'ਚ ਪਹਿਲਾ ਦੌਰਾ ਸੀ ਤੇ ਕਿਹਾ ਜਾ ਰਿਹਾ ਸੀ ਵੀ ਕਿ ਪ੍ਰਧਾਨ ਮੰਤਰੀ ਇਸ ਦੌਰੇ 'ਚ ਜਿੱਥੇ ਦੋ ਵੱਡੇ ਜਿਹੜੇ ਹੈਗੇ ਪੀਜੀਆਈ ਦਾ ਨੀਂਹ ਪੱਥਰ ਰੱਖਣਗੇ, ਉੱਥੇ ਹੀ ਕਈ ਪੰਜਾਬ ਲਈ ਵੱਡੇ ਐਲਾਨ ਵੀ ਕਰ ਸਕਦੇ ਨੇ ਤੇ ਉਸ ਦਾ ਜਿਹੜਾ ਹੈਗਾ ਪੰਜਾਬ ਭਰ 'ਚ ਵਿਰੋਧ ਹੋਇਆ, ਜਿਸ ਕਰਕੇ ਜਿਹੜਾ ਹੈਗਾ ਪ੍ਰਧਾਨ ਮੰਤਰੀ ਬਠਿੰਡਾ ਏਅਰਪੋਰਟ ਤੋਂ ਸੜਕੀ ਰਸਤੇ ਜਦੋਂ ਰੈਲੀ ਵੱਲ ਜਾਣ ਲੱਗੇ ਤਾਂ ਉਹਨਾਂ ਨੂੰ ਰਾਹ ਦੇ ਵਿੱਚੋਂ ਹੀ ਵਾਪਸ ਹੋਣਾ ਪਿਆ। ਅਸੀਂ ਜਾਣਨਾ ਚਾਹਾਂਗੇ ਵੀ ਕਿ ਇਸ ਦੇ ਪਿੱਛੇ ਕੀ ਕਾਰਨ ਰਹੇ ਨੇ ਅਤੇ ਇਸ ਦੇ ਨਾਲ ਹੀ ਵੱਡੀ ਗੱਲ ਇਹ ਵੀ ਆਉਂਦੀ ਹੈ ਕਿ ਰੈਲੀ ਰੱਦ ਹੋਣ ਤੋਂ ਜਿਹੜਾ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਵੀ ਇੱਕ ਸਖਤ ਨੋਟਿਸ ਲਿਆ ਗਿਆ, ਉਹਨਾਂ ਵੱਲੋਂ ਪੰਜਾਬ ਸਰਕਾਰ ਦੀ ਜਵਾਬ ਤਲਬੀ ਕੀਤੀ ਗਈ ਹੈ। ਉਹ ਕੀ ਹੋਈ ਹੈ, ਤੁਸੀਂ ਇਸ ਨੂੰ ਸਾਰੇ ਨੂੰ ਕਿਵੇਂ ਦੇਖਦੇ ਹੋ? ਦੇਖੋ, ਕੌਮੀ ਪੱਧਰ 'ਤੇ ਪੰਜਾਬ ਹੈ ਜਿਹੜਾ ਉਹ ਇੱਕ ਵਾਰ ਫੇਰ ਫੋਕਸ 'ਚ ਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਕਰੀਬਨ 2 ਸਾਲਾਂ ਦੇ ਅਰਸੇ ਬਾਅਦ ਪੰਜਾਬ ਦੀ ਧਰਤੀ 'ਤੇ ਪਹੁੰਚੇ ਸਨ ਜੀ। ਅਤੇ ਉਹਨਾਂ ਨੇ ਪੰਜਾਬ ਦੇ ਲਈ ਜਿਸ ਤਰ੍ਹਾਂ ਉਹਨਾਂ ਦਾ ਤਜਵੀਜ਼ਤ ਪ੍ਰੋਗਰਾਮ ਸੀ, ਉਹਨਾਂ ਨੇ ਫਿਰੋਜ਼ਪੁਰ ਦੇ ਵਿੱਚ ਜਿਹੜਾ ਪੀਜੀਆਈ ਸੈਟੇਲਾਈਟ ਸੈਂਟਰ ਹੈ ਉਸ ਦਾ ਫਾਊਂਡੇਸ਼ਨ ਸਟੋਨ ਰੱਖਣਾ ਸੀ ਔਰ ਸੜਕੀ ਗਲਿਆਰਿਆਂ ਦੇ 2 ਦੇ ਫਾਊਂਡੇਸ਼ਨ ਸਟੋਨ ਰੱਖਣੇ ਸੀ ਅਤੇ ਕੁਝ ਹੋਰ ਪ੍ਰੋਜੈਕਟਾਂ ਦਾ ਐਲਾਨ ਕੀਤਾ ਸੀ ਉਹਨਾਂ ਨੇ, ਤਕਰੀਬਨ ਜਿਨ੍ਹਾਂ ਦੀ ਕੋਸਟ 42,000 ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ। ਜੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 2014 ਤੋਂ ਬਾਅਦ ਜੀ। ਪੰਜਾਬ ਦੇ ਵਿੱਚ ਇਹ 11ਵਾਂ ਦੌਰਾ ਸੀ ਉਹਨਾਂ ਦਾ। ਲਾਸਟ ਟਾਈਮ ਉਹ ਕਰਤਾਰਪੁਰ ਕੋਰੀਡੋਰ ਜਿਸ ਟਾਈਮ ਖੁੱਲ੍ਹਿਆ ਜੀ, ਨਵੰਬਰ 2019 ਦੇ ਵਿੱਚ, ਜੀ, ਉਦੋਂ ਆਏ ਸੀ, ਪਰ ਉਸ ਤੋਂ ਬਾਅਦ ਕਿਸਾਨ ਕੋਲ ਚੱਲਣ ਕਰਕੇ ਔਰ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਾਅਦ ਹੁਣ ਉਹਨਾਂ ਦਾ ਪਹਿਲਾ ਪੰਜਾਬ ਦਾ ਇਹ ਵਿਜ਼ਿਟ ਸੀ। ਜੀ। ਤਾਂ ਉਹਨਾਂ ਨੇ ਅੱਜ ਪਿੱਛੇ ਆਪਣਾ ਬਠਿੰਡਾ ਪਹੁੰਚੇ ਪਹਿਲਾਂ ਹਵਾਈ ਰਸਤੇ, ਉੱਥੋਂ ਉਹਨਾਂ ਨੇ ਫਿਰੋਜ਼ਪੁਰ ਜਾਣਾ ਸੀ ਔਰ ਜਿੰਨੀ ਕੁ ਸਾਨੂੰ ਸੂਚਨਾ ਮਿਲੀ ਹੈ ਕਿ ਉਹਨਾਂ ਨੂੰ ਰਸਤੇ ਦੇ ਵਿੱਚ ਤਲਵੰਡੀ ਭਾਈ ਦੇ ਲਾਗੇ ਕੋਈ ਟੋਲ ਪਲਾਜ਼ਾ ਹੈ, ਉਸ ਦੇ ਉੱਪਰ ਕੁਛ ਰੋਕਾਂ ਲੱਗੀਆਂ ਹੋਈਆਂ ਸੀ ਕਿਸਾਨਾਂ ਤਰਫੋਂ। ਉਹਦੇ ਅੜਚਨ ਕਰਕੇ ਉਹ 15-20 ਮਿੰਟ ਉੱਥੇ ਬੈਠੇ ਰਹੇ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਵਾਪਸ ਹੋਣਾ ਪਿਆ। ਜੀ। ਦੇਖੋ, ਇਹ ਬੜਾ ਸੰਵੇਦਨਸ਼ੀਲ ਮਾਮਲਾ ਹੁਣ ਬਣ ਗਿਆ ਹੈਗਾ, ਕਿਉਂਕਿ ਪਹਿਲੀ ਵਾਰ ਹੋਏਗਾ ਇਤਿਹਾਸ ਦੇ ਵਿੱਚ ਕਿ ਕਿਸੇ ਪ੍ਰਧਾਨ ਮੰਤਰੀ ਨੂੰ ਇਸ ਤਰ੍ਹਾਂ ਰਸਤੇ ਦੇ ਵਿੱਚੋਂ ਵੈਨਿਊ 'ਤੇ ਪਹੁੰਚੇ ਤੋਂ ਪਹਿਲਾਂ ਹੀ ਵਾਪਸ ਹੋਣਾ ਪਿਆ ਹੋਵੇ। ਜੀ। ਹੁਣ ਆਪਾਂ ਪਿੱਛੇ ਦੇਖਿਆ ਕਿ ਵੈਸਟ ਬੰਗਾਲ ਦੇ ਵਿੱਚ ਇਲੈਕਸ਼ਨ ਸਨ, ਜਦੋਂ ਉੱਥੇ ਕਿੰਨੀ ਸਿਰ ਧੜਦੀਬਾਜ਼ੀ ਲੱਗੀ ਹੋਈ ਸੀ। ਉੱਥੇ ਪ੍ਰਧਾਨ ਮੰਤਰੀ ਰੈਲੀਆਂ ਵੀ ਕਰਦੇ ਸੀ, ਜੀ, ਆਪਣੇ ਪ੍ਰੋਗਰਾਮ ਵੀ ਕਰਦੇ ਸੀ ਇੰਨੀ ਟਸਲ ਦੇ ਬਾਵਜੂਦ, ਪਰ ਕਦੇ ਉਹਨਾਂ ਦਾ ਪ੍ਰੋਗਰਾਮ ਹੈ ਜਿਹੜਾ ਕੋਈ ਰੱਦ ਨਹੀਂ ਸੀ ਹੋਇਆ, ਜਾਂ ਆਪਾਂ ਕਹਿ ਲਈਏ ਕਿ ਉਹਨਾਂ ਨੂੰ ਕਦੇ ਵੀ ਰਸਤੇ 'ਚੋਂ ਮੁੜਨਾ ਨਹੀਂ ਸੀ ਪਿਆ। ਔਰ ਪੰਜਾਬ ਦੇ ਵਿੱਚ ਇੱਦਾਂ ਉਹਨਾਂ ਨੂੰ ਵਾਪਸ ਜਾਣਾ ਪਿਆ ਦਿੱਲੀ। ਜੀ। ਔਰ ਜਾਣ ਤੋਂ ਪਹਿਲਾਂ ਜਿਸ ਤਰ੍ਹਾਂ ਖਬਰਾਂ ਨਸ਼ਰ ਹੋ ਰਹੀਆਂ ਨੇ ਕਿ ਉਹਨਾਂ ਨੇ ਬਠਿੰਡੇ ਹਵਾਈ ਅੱਡੇ 'ਤੇ ਜਿਹੜੇ ਆਫੀਸ਼ੀਅਲਸ ਹੈ ਉਹਨਾਂ ਨੂੰ ਉਹ ਕਹਿ ਕੇ ਗਏ ਨੇ ਕਿ ਮੇਰੀ ਤਰਫੋਂ ਪੰਜਾਬ ਦੇ ਮੁੱਖ ਮੰਤਰੀ ਦਾ ਧੰਨਵਾਦ ਕਰਨਾ ਕਿ ਉਹ ਹਵਾਈ ਅੱਡੇ ਤੱਕ ਵਾਪਸ ਸਲਾਮਤ ਆ ਗਏ ਨੇ। ਜੀ। ਤਾਂ ਇਸੇ ਦੌਰਾਨ ਹੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਦਾ ਬੜਾ ਵੱਡਾ ਨੋਟਿਸ ਲਿਆ। ਉਹਨਾਂ ਨੇ ਕਿਹਾ ਕਿ ਬਹੁਤ ਵੱਡਾ ਸਿਕਿਉਰਿਟੀ ਲੈਪਸ ਹੈ। ਜੀ। ਔਰ ਉਹਨਾਂ ਦਾ ਇਹ ਤਰਕ ਹੈਗਾ ਕਿ ਗ੍ਰਹਿ ਮੰਤਰਾਲੇ ਤਰਫੋਂ ਜਿਹੜਾ ਪ੍ਰਧਾਨ ਮੰਤਰੀ ਦਾ ਰੂਟ ਹੈ ਉਹ ਪਹਿਲਾਂ ਹੀ ਤੈਅ ਕੀਤਾ ਹੋਇਆ ਸੀ ਔਰ ਇਸ ਬਾਰੇ ਜਿਹੜੀ ਸਟੇਟ ਗੌਰਮੈਂਟ ਨੂੰ ਅਸੀਂ ਅਗਾਊ ਸੂਚਨਾ ਦਿੱਤੀ ਸੀ ਔਰ ਸਟੇਟ ਗੌਰਮੈਂਟ ਦਾ ਇਹ ਫਰਜ਼ ਬਣਦਾ ਸੀ ਕਿ ਉਹ ਰੂਟ ਨੂੰ ਕਲੀਅਰ ਰੱਖਦੀ। ਜੀ। ਤਾਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ 'ਤੇ ਪੁਆਇੰਟ ਆਊਟ ਕੀਤਾ ਔਰ ਪੰਜਾਬ ਸਰਕਾਰ ਤੋਂ ਜਿਹੜੀ ਰਿਪੋਰਟ ਹੈ ਤਲਬ ਕੀਤੀ ਹੈ ਔਰ ਇਹ ਵੀ ਕਿਹਾ ਕਿ ਜਿਹੜੇ ਜ਼ਿੰਮੇਵਾਰ ਆਫੀਸ਼ੀਅਲਸ ਹਨ ਇਸ ਲਈ ਜਿਨ੍ਹਾਂ ਨੇ ਆਪਣੀ ਡਿਊਟੀ ਦੇ ਵਿੱਚ ਕੁਤਾਹੀ ਵਰਤੀ ਹੈ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਵੇ। ਜੀ। ਜਿੱਥੋਂ ਤੱਕ ਹੁਣ ਖਬਰਾਂ ਸਾਹਮਣੇ ਆ ਰਹੀਆਂ ਕਿ ਪੰਜਾਬ ਗੌਰਮੈਂਟ ਨੇ ਵੀ ਫਿਰੋਜ਼ਪੁਰ ਦੇ ਜਿਹੜੇ ਮੌਜੂਦਾ ਐਸਐਸਪੀ ਹੈ ਉਹਨਾਂ ਨੂੰ ਇਸ ਕੁਤਾਹੀ ਬਦਲੇ ਸਸਪੈਂਡ ਕਰ ਦਿੱਤਾ ਹੈਗਾ। ਆਤਿਸ਼ ਜੀ, ਮਸਲਾ ਹੁਣ ਬੜਾ ਗੰਭੀਰ ਹੋ ਗਿਆ ਹੈ। ਜੀ। ਕਿਉਂਕਿ ਅਜਿਹਾ ਰੇਅਰ ਕਿ ਕਦੇ ਹੁੰਦਾ ਹੀ ਨਹੀਂ। ਜਿਸ ਟਾਈਮ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਜੰਗ ਲੜ ਰਹੇ ਸੀ ਉਦੋਂ ਹੋਰ ਕਿਸਮ ਦਾ ਮਾਹੌਲ ਸੀ। ਅਗਰ ਉਸ ਕਿਸਮ ਦਾ ਮਾਹੌਲ
ਬਣਿਆ ਹੁੰਦਾ, ਜੀ। ਪ੍ਰਧਾਨ ਮੰਤਰੀ ਰੋਕਿਆ ਗਿਆ ਹੁੰਦਾ, ਫਿਰ ਸ਼ਾਇਦ ਐਡਾ ਨੋਟਿਸ ਨਾ ਲਿਆ ਜਾਂਦਾ, ਕਿਉਂਕਿ ਹੁਣ ਖੇਤੀ ਕਾਨੂੰਨ ਵਾਪਸ ਹੋ ਚੁੱਕੇ ਨੇ। ਉਸ ਤੋਂ ਬਾਅਦ ਇਸ ਕਿਸਮ ਦੀ ਅੜਚਨ ਖੜੀ ਹੋਣੀ, ਇਹ ਵੀ ਕਾਫੀ ਗੰਭੀਰ ਮਸਲਾ ਹੈਗਾ। ਜੀ। ਤੇ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਮਸਲੇ ਨੂੰ ਲੈ ਕੇ ਹੁਣ 6 ਵਜੇ ਹੈ ਜਿਹੜੀ ਉਹ ਪ੍ਰੈਸ ਕਾਨਫਰੰਸ ਬੁਲਾ ਲਈ ਹੈ। ਉਹ ਪੰਜਾਬ ਸਰਕਾਰ ਦੀ ਤਰਫੋਂ ਆਪਣਾ ਜਿਹੜਾ ਬਿਆਨ ਹੈ ਉਹ ਜਾਰੀ ਕਰਨਗੇ। ਜੀ। ਜਿਹੜੇ ਇਹਨਾਂ ਦੇ ਭਾਜਪਾ ਦੇ ਕੌਮੀ ਪ੍ਰਧਾਨ ਹੈ JP ਨੱਡਾ ਜੀ, ਉਹਨਾਂ ਨੇ ਵੀ ਜਿਹੜਾ ਇਸ ਮਸਲੇ ਦੇ ਉੱਪਰ ਘੇਰਾਬੰਦੀ ਕੀਤੀ ਹੈ ਚੰਨੀ ਸਰਕਾਰ ਦੀ। ਔਰ ਇਹਨਾਂ ਦੇ ਜਿਹੜੇ ਪੰਜਾਬ ਯੂਨਿਟ ਦੇ ਪ੍ਰਧਾਨ ਹੈ ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਚੰਨੀ ਸਰਕਾਰ ਦਾ ਜਿਹੜੇ ਕੁਛ ਜਿੱਥੋਂ ਦਾ ਰੂਟ ਪੈਂਦਾ ਸੀ ਪ੍ਰਧਾਨ ਮੰਤਰੀ ਦਾ, ਉੱਥੇ ਇਹਨਾਂ ਨੇ 20-25 ਬੰਦੇ ਬਿਠਾ ਰੱਖੇ ਸੀ ਆਪਣੇ, ਔਰ ਇਹ ਸਾਰਾ ਮੈਨੇਜਡ ਸ਼ੋਅ ਸੀ ਸਰਕਾਰ ਬੰਨਿਓ। ਜੀ। ਤੇ ਉਹਨਾਂ ਵੱਲੋਂ ਸਾਰਾ ਜਿਹੜਾ ਨਜ਼ਲ ਹੈ ਹੁਣ ਪੰਜਾਬ ਸਰਕਾਰ ਤੇ ਝਾੜਿਆ ਜਾ ਰਿਹਾ ਹੈਗਾ। ਜੀ। ਦੇਖੋ, ਤਕਰੀਬਨ 13-14 ਮਹੀਨੇ ਕਿਸਾਨ ਅੰਦੋਲਨ ਚੱਲਦਾ ਰਿਹਾ। ਬਿਲਕੁਲ। ਤੇ ਉਸ ਦੌਰਾਨ ਭਾਜਪਾ ਨੂੰ ਆਪਣੇ ਘਰਾਂ ਤੋਂ ਨਿਕਲਣ ਦਾ ਮੌਕਾ ਨਹੀਂ ਸੀ ਮਿਲਿਆ। ਸਾਰੇ ਜਿਹੜੇ ਲੀਡਰ ਹੈ ਉਹ ਇੱਕ ਤਰ੍ਹਾਂ ਆਈਸੋਲੇਸ਼ਨ ਦੇ ਵਿੱਚ ਚਲੇ ਗਏ ਸੀ। ਜੀ। ਤਾਂ ਹੁਣ ਇਹ ਇੱਕ ਰੈਲੀ ਸੀ, ਚੋਣ ਰੈਲੀ ਸੀ, ਜਿਸ ਦੇ ਨਾਲ ਉਹਨਾਂ ਨੇ ਮਜ਼ਬੂਤ ਹੋ ਕੇ ਚੋਣ ਦਾ ਬਿਗਲ ਵਜਾਉਣਾ ਸੀ, ਆਪਣੇ ਘਰਾਂ ਚੋਂ ਬਾਹਰ ਆਉਣਾ ਸੀ, ਔਰ ਉਹਨਾਂ ਦੇ ਵਰਕਰਾਂ ਨੂੰ ਬੂਸਟ ਮਿਲਣਾ ਸੀ। ਜੀ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿੱਥੇ ਐਡਾ ਵੱਡਾ ਸਿਕਿਉਰਿਟੀ ਲੈਪਸ ਹੋਇਆ ਹੈ, ਉੱਥੇ ਜਿਹੜੇ ਭਾਜਪਾ ਨੂੰ ਵੀ ਇੱਕ ਸਿਆਸੀ ਤੌਰ 'ਤੇ ਪੰਜਾਬ ਦੇ ਵਿੱਚ ਢਾਹ ਵੀ ਲੱਗੀ ਹੈ, ਕਿਉਂਕਿ ਉਹਨਾਂ ਦਾ ਵਰਕਰ ਹੈ ਜਿਹੜਾ ਹੁਣ ਮਾਯੂਸ ਹੋਏਗਾ, ਜੀ। ਉਹਨੂੰ ਨਮੋਸ਼ੀ ਹੋਏਗੀ। ਔਰ ਉਹ ਚਾਹੇ ਸ਼ੁਰੂ 'ਚ ਇਹ ਕਹਿੰਦੇ ਰਹੇ ਕਿ ਬਾਰਿਸ਼ ਕਰਕੇ ਰੈਲੀ ਦੇ ਵਿੱਚ ਉਹਨਾਂ ਭਰਮਾ ਇਕੱਠ ਨਹੀਂ ਹੋ ਸਕਿਆ, ਜੀ। ਪਰ ਜੋ ਦੌਰਾ ਰੱਦ ਹੋ ਗਿਆ, ਹੁਣ ਇਹ ਬਿਲਕੁਲ ਗੇਮ ਹੋਰ ਤਰ੍ਹਾਂ ਦਾ ਟਿਲਟ ਕੀਤਾ ਜਾ ਰਿਹਾ ਭਾਜਪਾ ਨੇ। ਔਰ ਜਿਹੜਾ ਬੰਦਾ ਵੀ ਸੈਂਟਰ ਗੌਰਮੈਂਟ ਨੇ ਇਸ ਨੂੰ ਸੁਰੱਖਿਆ ਦੇ ਵਿੱਚ ਕੋਤਾਹੀ ਮੰਨ ਕੇ ਉਸ ਨੂੰ ਉਭਾਰਿਆ ਇਸ ਗੱਲ ਨੂੰ। ਔਰ ਪ੍ਰਧਾਨ ਮੰਤਰੀ ਵੀ ਇਸ ਮਸਲੇ 'ਤੇ ਕਾਫੀ ਨਾਰਾਜ਼ ਹੋਏ ਨੇ, ਕਿਉਂਕਿ ਉਹਨਾਂ ਲਈ ਬਹੁਤ ਵੱਡਾ, ਜਿਸ ਤਰ੍ਹਾਂ ਤੇ ਖੇਤੀ ਕਾਨੂੰਨਾਂ ਦੀ ਵਾਪਸੀ ਵੇਲੇ ਇੱਕ ਝਟਕਾ ਲੱਗਿਆ ਸੀ, ਉਹ ਇਸ ਚੀਜ਼ ਨੂੰ ਇਸ ਤਰੀਕੇ ਨਾਲ ਵੀ ਲੈਂਦੇ ਹੋ ਸਕਦੇ ਨੇ। ਔਰ ਭਾਜਪਾ ਜਿਹੜੀ ਕਿ ਜਿਨ੍ਹਾਂ ਕੋਲੇ ਪਿਛਲੇ ਆਪਾਂ ਦੇਖਦੇ ਹੀ ਹਾਂ, ਵੈਸੇ ਤਾਂ ਸਾਰੀਆਂ ਪਾਰਟੀਆਂ ਦਾ ਇੱਕੋ ਜਿਹਾ ਹਾਲ ਹੈਗਾ। ਜੀ। ਭਾਜਪਾ ਕੋਲੇ ਵੀ ਹੁਣ ਪਿਛਲੇ ਟਾਈਮ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਇੱਕ ਸ਼ਖਸੀਅਤ ਦੇ ਤੌਰ 'ਤੇ ਪ੍ਰਧਾਨ ਮੰਤਰੀ ਹੀ ਸਭ ਤੋਂ ਉੱਪਰ ਨਜ਼ਰ ਆਉਂਦੇ ਨੇ। ਉਹਨਾਂ ਨੂੰ ਲੱਗਦਾ ਸੀ ਕਿ ਪ੍ਰਧਾਨ ਮੰਤਰੀ ਦੀ ਇੱਕ ਮਜ਼ਬੂਤ ਰੈਲੀ ਹੈ ਜਿਹੜੀ ਫਿਰੋਜ਼ਪੁਰ ਦੇ ਵਿੱਚ ਹੋਏਗੀ, ਔਰ ਇਹਦੇ ਨਾਲ ਪੰਜਾਬ ਦੇ ਵਿੱਚ ਭਾਜਪਾ ਨੂੰ ਬੂਸਟ ਮਿਲੇਗਾ, ਕਿਉਂਕਿ ਪਹਿਲੀ ਵਾਰ ਹੈ ਕਿ ਇਹ ਅਕਾਲੀ ਦਲ ਨਾਲੋਂ ਵੱਖਰੇ ਹੋ ਕੇ ਜਿਹੜੇ ਇਲੈਕਸ਼ਨ ਹੈ ਉਹ ਲੜ ਰਹੇ ਨੇ। ਤਾਂ ਇਹਨਾਂ ਗਿਣਤੀਆਂ ਮਿੰਤੀਆਂ ਨੂੰ ਵੀ ਬੜੀ ਭਾਜਪਾ ਨੂੰ ਢਾਹ ਲੱਗੀ ਹੈਗੀ ਹੈ। ਉਹਦੇ ਨਾਲ ਹੋ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਮਯੂਸ਼ੀ ਮਿਲੀ ਹੋਵੇ, ਕਿਉਂਕਿ ਉਹਨਾਂ ਨੂੰ ਵੀ ਲੱਗਦਾ ਸੀ ਕਿ ਇੱਕ ਜਿਹੜੀ ਵੋਟ ਬੈਂਕ ਦੀ, ਇੱਕ ਭਾਈਚਾਰੇ ਦਾ ਵੋਟ ਬੈਂਕ ਹੈ, ਉਹਦੀ ਪੋਲਰਾਈਜੇਸ਼ਨ ਹੋਏਗੀ, ਔਰ ਜਿਹੜੀ ਉਹ ਵੋਟ ਹੈ ਉਹ ਦੂਸਰੀਆਂ ਕਿਸੇ ਪਾਰਟੀਆਂ ਦੀ ਝੋਲੀ ਪੈਣ ਤੋਂ ਉਹਦਾ ਬਚਾਓ ਹੋ ਜਾਏਗਾ। ਜੀ। ਤਾਂ ਹੁਣ ਉਹ ਵੀ ਸੋਚਦੇ ਹੈ ਸਿਆਸੀ ਤੌਰ 'ਤੇ ਇਹਦੇ ਬੜੇ ਮਾਣੇ ਨਿਕਲਣੇ ਆਉਣ ਵਾਲੇ ਦਿਨਾਂ 'ਚ, ਖਾਸ ਕਰਕੇ ਬੜੇ ਸੰਵੇਦਨਸ਼ੀਲ ਮਸਲਾ ਹੋਣ ਕਰਕੇ ਹੁਣ ਪੰਜਾਬ ਸਰਕਾਰ ਨੂੰ ਵੀ ਬੜਾ ਸਿੰਸੀਅਰਲੀ ਇਸ ਮਸਲੇ 'ਤੇ ਸੋਚਣਾ ਪੈਣਾ ਹੈਗਾ। ਜੀ। ਔਰ ਕਿਸਾਨਾਂ ਨੇ ਤਾਂ ਆਲਰੇਡੀ ਪ੍ਰੋਟੈਸਟ ਹੈ, ਇਹ ਤਾਂ ਹੈ ਨਹੀਂ ਕਿ ਉਹਨਾਂ ਨੇ ਮੌਕੇ 'ਤੇ ਕੋਈ ਅਚਨਚੇਤ ਕੋਈ ਇੱਦਾਂ ਦਾ ਉਲੀਕਿਆ ਹੋਵੇ। ਜੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਉਹਨੇ ਪਹਿਲਾਂ ਹੀ ਐਲਾਨ ਕੀਤਾ ਹੋਇਆ ਸੀ। ਦੂਸਰੀਆਂ ਧਿਰਾਂ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਪੁਤਲੇ ਫੂਕੇ ਹੈ, ਉਹਨਾਂ ਨੇ ਵੀ ਪਹਿਲਾਂ ਐਲਾਨ ਕੀਤਾ ਹੋਇਆ ਸੀ। ਤਾਂ ਜਿਹੜਾ ਕੇਂਦਰੀ ਗ੍ਰਹਿ ਮੰਤਰਾਲਾ ਉਹ ਇਹੀ ਤਰਕ ਦੇ ਰਿਹਾ ਕਿ ਜਦੋਂ ਸਾਰੀਆਂ ਧਿਰਾਂ ਦਾ ਪਹਿਲਾਂ ਚਾਕ ਆਊਟ ਕੀਤਾ ਹੋਇਆ ਸੀ ਪ੍ਰੋਗਰਾਮ, ਤਾਂ ਤੁਸੀਂ ਉਹ ਰੂਟ ਹੈ ਜਿਹੜਾ ਕਿਉਂ ਕਲੀਅਰ ਨਹੀਂ ਕੀਤਾ। ਤੇ ਹੁਣ ਸਾਰੀ ਜਿਹੜੀ ਗਾਜ ਹੈ ਉਹ ਚੰਨੀ ਸਰਕਾਰ ਤੇ ਭਾਰਤ ਸਰਕਾਰ ਸਿੱਟ ਰਹੀ ਹੈ। ਔਰ ਕਿਤੇ ਨਾ ਕਿਤੇ ਕਿਸਾਨ ਧਿਰਾਂ ਇਹ ਵੀ ਕਹਿ ਰਹੀਆਂ ਕਿ ਸਰਕਾਰ ਜਿਹੜੀ ਭਾਜਪਾ ਸਰਕਾਰ ਹੈ ਸੈਂਟਰ ਦੀ, ਉਹ ਇਸ ਨੂੰ ਮੋੜਾ ਦੇ ਰਹੀ ਹੈ ਤਾਂ ਕਿ ਜਿਹੜਾ ਉਹਦਾ ਰੈਲੀ ਵਾਲਾ ਜਿਹੜੀ ਉਹਨਾਂ ਦੀ ਰੈਲੀ ਫੇਲ ਹੋਈ ਹੈ, ਇੱਕ ਤਰ੍ਹਾਂ ਦੀ ਫਲਾਪ ਹੋਈ ਹੈ, ਉਸ ਨੂੰ ਲੁਕਾਇਆ ਜਾ ਸਕੇ। ਇਹਦੇ ਪਿੱਛੇ ਅਸਲੀ ਕਾਰਨ ਨਿਕਲ ਕੇ ਸਾਹਮਣੇ ਆ ਜਾਣਗੇ। ਪਰ ਜਿੰਨੀ ਕੁ ਸਾਡੇ ਉੱਥੇ ਰਿਪੋਰਟਰ ਤੋਂ ਸਾਨੂੰ ਖਬਰ ਮਿਲੀ ਹੈ ਫਿਰੋਜ਼ਪੁਰ ਤੋਂ, ਉਹਦੇ ਵਿੱਚ ਇੱਕ ਗੱਲ ਤਾਂ ਸੱਚ ਹੈ ਕਿ ਉਸ ਰੈਲੀ ਦੇ ਵਿੱਚ ਤਕਰੀਬਨ 25 ਏਕੜ ਦਾ ਜਿਹੜਾ ਪੰਡਾਲ ਸੀ, 80,000 ਦੇ ਕਰੀਬ ਕੁਰਸੀਆਂ ਲਾਈਆਂ ਗਈਆਂ ਸੀ। ਉੱਥੇ ਨਾਮਾਤਰ ਗਿਣਤੀ ਹੈ ਜਿਹੜੀ ਉਹ ਹੋਈ ਸੀ। ਜੀ। ਬਿਲਕੁਲ ਬਹੁਤ ਘੱਟ ਜਿਹੜੇ ਲੋਕ ਆ ਰਹੇ ਸੀ। ਕੁਛ ਥਾਵਾਂ 'ਤੇ ਕਿਸਾਨਾਂ ਨੇ ਉਹਨਾਂ ਨੂੰ ਰੋਕਿਆ ਵੀ ਸੀ। ਜੀ। ਜਿਵੇਂ ਤਰਨਤਾਰਨ ਤੋਂ ਖਬਰਾਂ ਆ ਰਹੀਆਂ ਨੇ, ਅੰਮ੍ਰਿਤਸਰ ਤੋਂ ਆ ਰਹੀਆਂ, ਕੋਟਕਪੂਰਾ ਤੋਂ ਆ ਰਹੀਆਂ ਨੇ ਕਿ ਜਿਹੜੀਆਂ ਬੱਸਾਂ ਭਰ ਕੇ ਲੋਕ ਆ ਰਹੇ ਸੀ ਉਹਨਾਂ ਨੂੰ ਰੋਕਿਆ ਗਿਆ ਸੀ। ਪਰ ਇੱਕ ਗੱਲ ਸਾਫ਼ ਹੈ ਕਿ ਉਸ ਰੈਲੀ ਦੇ ਵਿੱਚ ਕੋਈ ਭੀੜ ਜਟਾਉਣ 'ਚ ਹੈ ਜਿਹੜੀ ਭਾਜਪਾ, ਉਹ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਹੁਣ ਅੱਗੇ ਜਿਹੜਾ ਨਵਾਂ ਮਸਲਾ ਖੜਾ ਹੋਇਆ ਕਿ ਪ੍ਰਧਾਨ ਮੰਤਰੀ ਨੂੰ ਵਾਪਸ ਮੁੜਨਾ ਪਿਆ ਰਸਤੇ ਦੇ ਵਿੱਚੋਂ, ਇਹਦੇ ਕੀ ਰਿਜ਼ਲਟ ਨਿਕਲਦੇ ਨੇ ਇਹ ਆਪਣੇ 1-2 ਦਿਨਾਂ 'ਚ ਆਪਣੇ ਸਾਹਮਣੇ ਆ ਜਾਣਗੇ। ਜੀ। ਚਰਨਜੀਤ ਜੀ, ਜਿਵੇਂ ਤੁਸੀਂ ਦੱਸਿਆ ਵੀ ਕਿ ਪ੍ਰਧਾਨ ਮੰਤਰੀ ਨੇ ਅੱਜ ਕਰੋੜਾਂ ਰੁਪਏ ਦੇ ਜਿਹੜੇ ਸੀ ਪੰਜਾਬ ਵਾਸੀਆਂ ਲਈ ਐਲਾਨ ਕਰਨੇ ਸੀ, ਨੀਂਹ ਪੱਥਰ ਰੱਖਣੇ ਸੀ, ਕਈ ਹੋਰ ਵੀ ਉਦਘਾਟਨ ਕਰਨੇ ਸੀ। ਅਸੀਂ ਜਾਣਨਾ ਚਾਹਾਂਗੇ ਵੀ ਕਿ ਅੱਜ ਜਿਹੜਾ ਉਹਨਾਂ ਦਾ ਦੌਰਾ ਰੱਦ ਹੋ ਗਿਆ, ਇਹਦੇ ਨਾਲ ਪੰਜਾਬ ਨੂੰ ਆਰਥਿਕ ਤੌਰ 'ਤੇ ਕਿੰਨਾ ਕੁ ਨੁਕਸਾਨ ਹੋਇਆ? ਦੇਖੋ, ਇਹਦੇ ਲਈ ਆਪੋ ਆਪਣੇ
ਪੱਖ ਹੁੰਦੇ ਨੇ। ਜੀ ਜੇ ਤਾਂ ਆਪਾਂ ਪੁਰਾਣੇ ਪ੍ਰਧਾਨ ਮੰਤਰੀਆਂ ਦੀ ਗੱਲ ਕਰੀਏ, ਜਿਸ ਤਰ੍ਹਾਂ ਜਵਾਹਰ ਲਾਲ ਨਹਿਰੂ ਸਨ, ਜੀ ਉਹਨਾਂ ਦੀ ਪੰਜਾਬ ਪ੍ਰਤੀ ਕੰਟਰੀਬਿਊਸ਼ਨ ਨੂੰ ਦੇਖੀਏ, ਉਹਨਾਂ ਨੇ ਭਾਖੜਾ ਡੈਮ ਬਣਾਇਆ, ਜਾਂ ਅਸੀਂ ਕਹਿ ਦਿੰਦੇ ਹਾਂ ਕਿ ਖੇਤੀ ਯੂਨੀਵਰਸਿਟੀ ਹੈ ਜਿਹੜੀ, ਉਹਨਾਂ ਦੀ ਝੋਲੀ ਪਾਉਣੇ ਆ ਅਸੀਂ। ਜੀ ਇਸ ਤਰ੍ਹਾਂ ਰਾਜੀਵ ਗਾਂਧੀ ਨੂੰ ਅਸੀਂ ਕ੍ਰੈਡਿਟ ਦਿੰਦੇ ਹਾਂ, ਇੰਦਰਾ ਗਾਂਧੀ ਨੂੰ ਕ੍ਰੈਡਿਟ ਦਿੰਦੇ ਹਾਂ, ਆਈ ਕੇ ਗੁਜਰਾਲ ਨੂੰ ਅਸੀਂ ਕਹਿੰਦੇ ਹਾਂ ਕਿ ਇਹਨਾਂ ਨੇ ਪੰਜਾਬ ਦਾ ਜਿਹੜਾ ਕਰਜ਼ ਹੈ ਉਹ ਮਾਫ ਕੀਤਾ ਸੀ। ਤਾਂ ਇਹਨਾਂ ਦੇ ਦੌਰੇ ਤੋਂ ਵੀ ਇਹ ਲੋਕਾਂ ਨੂੰ ਉਮੀਦਾਂ ਲੱਗੀਆਂ ਹੋਈਆਂ ਸੀ ਕਿ ਇਹ ਪੰਜਾਬ ਲਈ ਜ਼ਰੂਰ ਕੋਈ ਨਾ ਕੋਈ ਪੈਕੇਜ ਦਾ ਜਿਹੜਾ ਐਲਾਨ ਕਰਨਗੇ, ਕੋਈ ਇੰਡਸਟਰੀ ਨੂੰ ਰਾਹ ਸਿਰ ਕਰਨ ਦੀ ਗੱਲ ਕਰਨਗੇ, ਜਾਂ ਜਿਹੜੇ 42,000 ਕਰੋੜ ਰੁਪਏ ਦੇ ਪ੍ਰੋਜੈਕਟ ਆਲਰੇਡੀ ਤੈਅ ਸੀ ਉਹਨਾਂ ਦਾ ਫਾਊਂਡੇਸ਼ਨ ਸਟੋਨ ਰੱਖਿਆ ਜਾਣਾ ਸੀਗਾ। ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਸੀ ਕਿ 5 ਏਕੜ ਤੱਕ ਦੀ ਕਿਸਾਨੀ ਨੂੰ ਜਿਹੜਾ ਇਹਨਾਂ ਨੇ ਰਾਹਤ ਦੇਣੀ ਸੀ। ਇੱਕ ਧਿਰ ਹੈ ਜਿਹੜੀ ਇਹ ਸੋਚਦੀ ਹੈ ਕਿ ਪੰਜਾਬ ਨੂੰ ਇਹਦੇ ਨਾਲ ਲਾਸ ਹੋਇਆ, ਕਿ ਕਿਸਾਨੀ ਨੂੰ ਕੁਝ ਫਾਇਦਾ ਹੋਣਾ ਸੀ, 5 ਏਕੜ ਤੱਕ ਮਾਫੀ ਹੋਣੀ ਸੀ, ਕੋਈ ਸਨਅਤੀ ਪੈਕੇਜ ਮਿਲਣਾ ਸੀ। ਪਰ ਦੂਸਰੀ ਤਰਫ ਜਿਹੜਾ ਕਿਸਾਨ ਧਿਰਾਂ ਦਾ ਆਪਣਾ ਤਰਕ ਹੈ, ਉਹ ਕਹਿੰਦੇ ਕਿ ਜਦੋਂ ਚੋਣਾਂ ਹੁੰਦੀਆਂ ਨੇ, ਚੋਣਾਂ ਮੌਕੇ ਦੇ ਜਿਹੜੇ ਐਲਾਨ ਹੁੰਦੇ ਨੇ ਉਹ ਸਿਰਫ ਚੋਣ ਐਲਾਨ ਬਣ ਕੇ ਹੀ ਰਹਿ ਜਾਂਦੇ ਨੇ। ਉਹ ਕਹਿੰਦੇ ਕਿ ਇਹੀ ਭਾਜਪਾ ਸਰਕਾਰ ਹੈ ਜਿਸ ਨੇ ਪਹਿਲਾਂ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਸਵਾਮੀਨਾਥਨ ਦੀ ਰਿਪੋਰਟ ਨੂੰ ਅਸੀਂ ਲਾਗੂ ਕਰਾਂਗੇ। ਕੀ ਉਹ ਲਾਗੂ ਹੋ ਗਈ? ਇਹੀ ਸਰਕਾਰ ਸੀ ਜਿਹਨੇ ਕਿਹਾ ਸੀ ਕਿ ਅਸੀਂ ਹਰ ਸਾਲ 2 ਕਰੋੜ ਨੌਕਰੀਆਂ ਦੇਵਾਂਗੇ। ਕੀ ਦੇਤੀਆਂ? 15-15 ਲੱਖ ਖਾਤੇ 'ਚ ਆਏਗਾ। ਕੀ ਉਹ ਆ ਗਿਆ? ਤਾਂ ਜਿਹੜੇ ਦੂਸਰੇ ਫੈਸਲੇ ਕੀਤੇ, ਜਾਂ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਿਆਂਗੇ, ਕੀ ਉਹ ਹੋ ਗਈ ਹੈ? ਬਿਲਕੁਲ। ਉਹ ਕਹਿੰਦੇ ਕਿ ਇਸ 'ਤੇ ਸਾਨੂੰ ਕੋਈ ਭਰੋਸਾ ਨਹੀਂ ਹੈਗਾ ਕਿ ਇਹ ਚੋਣਾਂ ਮੌਕੇ ਜਿਹੜੇ ਵਾਅਦੇ ਕੀਤੇ ਜਾਂਦੇ ਨੇ ਕਿ ਉਹ ਪੂਰੇ ਵੀ ਹੋਣਗੇ। ਇਹ ਕਿਸਾਨਾਂ ਦਾ ਇੱਕ ਆਪਣਾ ਤਰਕ ਹੈਗਾ। ਭਾਜਪਾ ਨੇ ਅੱਜ ਜਿਸ ਟਾਈਮ ਤੱਕ ਆਤਿਸ਼ਜੀ ਦੌਰਾ ਰੱਦ ਨਹੀਂ ਸੀ ਹੋਇਆ, ਜਦੋਂ ਤੱਕ ਪ੍ਰਧਾਨ ਮੰਤਰੀ ਜਦੋਂ ਤੱਕ ਅਜੇ ਬਠਿੰਡੇ ਸੀ, ਉਦੋਂ ਤੱਕ ਜਿਸ ਟਾਈਮ ਪੰਡਾਲ ਦੇ ਵਿੱਚ ਕੁਰਸੀਆਂ ਜਿਹੜੀਆਂ ਖਾਲੀ ਪਈਆਂ ਸੀ, ਤਾਂ ਭਾਜਪਾ ਦੇ ਆਗੂ ਇਹ ਪ੍ਰਚਾਰ ਕਰ ਰਹੇ ਸੀ ਕਿ ਜਿਹੜੀ ਮੌਸਮ ਦੀ ਖਰਾਬੀ ਕਰਕੇ ਜਿਹੜੀਆਂ ਸਾਡੀਆਂ ਲੋਕ ਨਹੀਂ ਪਹੁੰਚ ਸਕੇ, ਮੌਸਮ ਨੇ ਸਾਡੇ ਜਿਹੜੇ ਰੰਗ ਦੇ ਵਿੱਚ ਭੰਗ ਪਾਇਆ, ਜਾਂ ਕਿਤੇ ਕਹਿ ਰਹੇ ਸੀ ਕਿ ਕੁਝ ਸਾਡੀਆਂ ਬੱਸਾਂ ਕਿਸਾਨਾਂ ਵੱਲੋਂ ਰੋਕੀਆਂ ਜਾ ਰਹੀਆਂ ਨੇ। ਇਹ ਉਦੋਂ ਤੱਕ ਦੀ ਰਿਪੋਰਟ ਹੈ ਜਦੋਂ ਤੱਕ ਪ੍ਰਧਾਨ ਮੰਤਰੀ ਬਠਿੰਡੇ ਤੋਂ ਫਿਰੋਜ਼ਪੁਰ ਲਈ ਰਵਾਨਾ ਨਹੀਂ ਸੀ ਹੋਏ। ਤਾਂ ਦੇਖਿਆ ਜਾਵੇ ਤਾਂ ਮੌਸਮ ਦੀ ਖਰਾਬੀ, ਤਾਂ ਮੈਂ ਪਿੱਛੇ ਸਰਚ ਮਾਰ ਰਿਹਾ ਸੀਗਾ, ਮੈਂ ਦੇਖ ਰਿਹਾ ਸੀ ਕਿ ਪਟਨਾ ਦੇ ਵਿੱਚ ਪ੍ਰਧਾਨ ਮੰਤਰੀ ਨੇ ਇੱਕ ਰੈਲੀ ਨੂੰ ਸੰਬੋਧਨ ਕੀਤਾ। ਜਿਸ ਟਾਈਮ ਉਹ ਰੈਲੀ ਨੂੰ ਸੰਬੋਧਨ ਕਰ ਰਹੇ ਸੀ, ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਸੀਗੀ। ਇੰਟਰਨੈਸ਼ਨਲ ਯੋਗਾ ਡੇ ਮਨਾਇਆ ਗਿਆ ਜਿਸ ਦਿਨ, 2017 ਦੀ ਗੱਲ ਹੈ ਸ਼ਾਇਦ, ਅਤੇ ਉਦੋਂ ਲਖਨਊ ਦੇ ਵਿੱਚ ਵੀ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਸੀ। ਉਦੋਂ ਰੈਲੀ ਨੂੰ ਸੰਬੋਧਨ ਕੀਤਾ ਸੀਗਾ। ਤਾਂ ਜਦੋਂ ਇਕੱਠ ਹੋਵੇ, ਭੀੜਾਂ ਹੋਣ ਜੁੜੀਆਂ, ਫਿਰ ਜਿਹੜੇ ਸਿਆਸੀ ਲੋਕ ਇਹਨਾਂ ਲਈ ਕੋਈ ਇਹ ਚੀਜ਼ਾਂ ਮਾਇਨੇ ਨਹੀਂ ਰੱਖਦੀਆਂ ਹੁੰਦੀਆਂ ਨੇ ਕਿ ਬਾਰਿਸ਼ ਹੋ ਰਹੀ ਹੈ ਜਾਂ ਗਰਮੀ ਪੈ ਰਹੀ ਹੈ, ਜਾਂ ਲੋਕ ਕਿਸ ਤਰ੍ਹਾਂ ਦੇ ਹਾਲਾਤ ਹੈ ਜਿਹੜੇ ਮੌਸਮ ਦੇ ਬਣੇ ਹੋਏ ਨੇ। ਪਰ ਇਹ ਸਿਰਫ ਗੱਲ ਹੈ, ਮੌਸਮ ਵਾਲੀ ਗੱਲ ਹੈ ਜਿਹੜੀ ਇਹਦੇ ਵਿੱਚ ਕੋਈ ਸੰਭਵ ਨਹੀਂ ਲੱਗਦੀ। ਇਹ ਲੱਗਦਾ ਕਿ ਪੰਜਾਬ ਨੂੰ ਜੇ ਕੋਈ ਇਸ ਤਰ੍ਹਾਂ ਦਾ ਇੰਡਸਟਰੀ ਨੂੰ ਕੋਈ ਵੱਡਾ ਹੁਲਾਰਾ ਮਿਲ ਜਾਂਦਾ ਤਾਂ ਉਹਦਾ ਪੰਜਾਬ ਨੂੰ ਫਾਇਦਾ ਹੋਣਾ ਸੀ, ਕਿਸਾਨਾਂ ਨੂੰ ਕੋਈ ਹੋ ਜਾਂਦਾ ਤਾਂ ਉਹਦਾ ਫਾਇਦਾ ਹੋਣਾ ਸੀ। ਪਰ ਕਿਸਾਨ ਆਗੂ ਇਸ ਗੱਲ ਨੂੰ ਸੱਚ ਨਹੀਂ ਮੰਨ ਰਹੇ। ਉਹ ਕਹਿ ਰਹੇ ਨੇ ਕਿ ਪੋਲੀਟੀਕਲ ਸਟੰਟ ਹੁੰਦੇ ਨੇ। ਅਗਰ ਸਰਕਾਰ ਰੀਅਲੀ ਚਾਹੁੰਦੀ ਹੈਗੀ ਹੈ ਤਾਂ ਉਹ ਪਹਿਲਾਂ ਐਲਾਨ ਕਿਉਂ ਕਰੇ, ਪਹਿਲਾਂ ਉਹਨਾਂ ਨੂੰ ਪ੍ਰੈਕਟੀਕਲੀ ਦੇਵੇ ਉਹਨਾਂ ਦੀ ਝੋਲੀ। ਤਾਂ ਕਿਉਂਕਿ ਹਰ ਪੋਲੀਟੀਕਲ ਪਾਰਟੀ ਦੇ ਆਗੂਆਂ ਨੇ ਆਪਣਾ ਚਿਹਰਾ ਮੂਹਰਾ ਜਾਂ ਆਪਣਾ ਜਿਹੜਾ ਪੋਲੀਟੀਕਲ ਬਿੰਬ ਇਸ ਕਿਸਮ ਦਾ ਸਿਰਜਿਆ ਹੋਇਆ ਕਿ ਲੋਕ ਉਹਨਾਂ 'ਤੇ ਹੁਣ ਭਰੋਸਾ ਕਰਨ ਨੂੰ ਤਿਆਰ ਨਹੀਂ ਹੁੰਦੇ। ਕਿਉਂਕਿ ਕੋਈ ਵੀ ਪਾਰਟੀ ਹੈ ਜਿਹੜੀ ਉਹ ਚੋਣਾਂ ਵੇਲੇ ਬਹੁਤ ਜ਼ਿਆਦਾ ਵਾਅਦੇ ਕਰ ਲੈਂਦੀ ਹੈ, ਮੁੜ ਕੇ ਉਹਨਾਂ ਦੀ ਪੂਰਤੀ ਨਹੀਂ ਹੁੰਦੀ। ਇਸ ਕਰਕੇ ਆਮ ਲੋਕਾਂ ਦਾ, ਖਾਸ ਕਰਕੇ ਕਿਸਾਨ ਧਿਰਾਂ ਦਾ ਇਹ ਤਰਕ ਹੈਗਾ ਕਿ ਜੇ ਇਹ ਮੋਦੀ ਜੀ ਕੋਈ ਐਲਾਨ ਕਰ ਵੀ ਜਾਂਦੇ ਤਾਂ ਉਹ ਪੋਲੀਟੀਕਲ ਐਲਾਨ ਹੋਣੇ ਸੀ ਅਤੇ ਉਹਨਾਂ ਨੇ ਹਕੀਕਤ ਨਹੀਂ ਮੰਨਣਾ ਸੀ। ਪਰ ਦੂਸਰੀ ਤਰਫ ਜਿਹੜੇ ਕੁਝ ਲੋਕਾਂ ਦਾ ਇਹ ਤਰਕ ਹੈ ਕਿ ਜੇ ਮੋਦੀ ਜੀ ਉਹਨਾਂ ਦੀ ਰੈਲੀ ਸਫਲ ਹੁੰਦੀ, ਉਹ ਪਹੁੰਚਦੇ, ਪੰਜਾਬ ਨੂੰ ਜੋ ਕੁਝ ਵੀ ਮਿਲਦਾ ਉਸ ਨਾਲ ਤਿਲ ਫੁੱਲ ਦੇ ਨਾਲ ਪੰਜਾਬ ਹੈ ਜਿਹੜਾ ਉਹ ਅੱਗੇ ਵਧਣਾ ਸੀ। ਚਰਨਜੀਤ ਜੀ, ਕਿਸਾਨ ਜਥੇਬੰਦੀਆਂ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਉਹਨਾਂ ਵੱਲੋਂ ਪ੍ਰਧਾਨ ਮੰਤਰੀ ਦਾ ਵਿਰੋਧ ਕੀਤਾ ਜਾਏਗਾ, ਜਿਸ ਦੇ ਵਿਰੋਧ 'ਚ ਅੱਜ ਪੰਜਾਬ ਭਰ ਦੇ ਵਿੱਚ ਥਾਂ-ਥਾਂ 'ਤੇ ਪੁਤਲੇ ਵੀ ਸਾੜੇ ਗਏ ਨੇ। ਅਤੇ ਪਤਾ ਲੱਗਿਆ ਵੀ ਕਿ ਜਿਵੇਂ ਤੁਸੀਂ ਜ਼ਿਕਰ ਵੀ ਕਰਕੇ ਹਟੇ ਹੋ ਵੀ ਕਿ ਫਿਰੋਜ਼ਪੁਰ ਨੂੰ ਜਾਂਦੇ ਜਿਹੜੇ ਕਾਫਲੇ ਸੀਗੇ ਭਾਜਪਾ ਦੇ, ਉਹਨਾਂ ਦਾ ਵਿਰੋਧ ਵੀ ਹੋਇਆ, ਕਈ ਥਾਵਾਂ 'ਤੇ ਰੋਕਿਆ ਵੀ ਗਿਆ। ਜਿਹੜਾ ਇਹ ਕਿਸਾਨਾਂ ਦੇ ਅੱਜ ਦੇ ਸੈਕਸ਼ਨ ਵੱਲੋਂ ਜੋ ਇਸ ਤਰ੍ਹਾਂ ਦੀ ਗਤੀਵਿਧੀ ਕੀਤੀ ਗਈ ਹੈ, ਇਸ ਨੂੰ ਸਾਰਿਆਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਇੱਕ ਤਾਂ ਇਹ ਕਿ ਭਾਰਤੀ ਜਨਤਾ ਪਾਰਟੀ ਨੇ ਅੱਜ ਦੇ ਟੋਟਲ ਐਪੀਸੋਡ ਦੇ ਵਿੱਚੋਂ ਐਂਡ ਰਿਜ਼ਲਟ ਇਹ ਕੱਢਿਆ ਜਾਂ ਕਹਿ ਰਹੇ ਨੇ ਉਹਨਾਂ ਦੇ, ਚਾਹੇ ਸਟੇਟ ਯੂਨਿਟ ਚਾਹੇ ਸੈਂਟਰਲ ਲੀਡਰਸ਼ਿਪ ਹੈ, ਉਹ ਕਿਸਾਨਾਂ ਨੂੰ ਕਿਤੇ ਵੀ ਅੱਗੇ ਨਹੀਂ ਉਭਾਰ ਰਹੀ। ਉਹ ਕਿਸਾਨਾਂ ਨੂੰ ਪਾਸੇ ਰੱਖ ਕੇ ਉਹ ਸਟੇਟ ਗੌਰਮੈਂਟ ਨੂੰ ਸਿੱਧੇ ਤੌਰ 'ਤੇ ਜਿਹੜਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿ ਜੋ ਵੀ ਕੁਛ ਹੋਇਆ ਅੱਜ, ਜੋ ਵੀ ਕੁਝ ਵਾਪਰਿਆ ਜਾਂ ਉਹਨਾਂ ਨੂੰ ਜਿਹੜੀ ਫਿਰੋਜ਼ਪੁਰ ਰੈਲੀ ਮੁਲਤਵੀ ਕਰਨੀ ਪਈ ਹੈ, ਇਹਦੇ ਲਈ ਜਿਹੜੀ ਪੰਜਾਬ ਸਰਕਾਰ ਜ਼ਿੰਮੇਵਾਰ ਹੈ, ਜਿਹਨੇ ਉਚੇਚੇ ਤੌਰ 'ਤੇ ਕੋਈ ਕਦਮ ਨਹੀਂ ਚੁੱਕੇ ਔਰ ਚੋਣਾਂ ਕਰਕੇ
ਅਜਿਹਾ ਸਭ ਕੁਝ ਕੀਤਾ ਗਿਆ, ਇਸ ਕਿਸਮ ਦੀਆਂ ਗੱਲਾਂ। ਪਰ ਕਿਸਾਨ ਧਿਰਾਂ, ਜਿਵੇਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ, ਉਹਨੇ ਪਹਿਲਾਂ ਐਲਾਨ ਕੀਤਾ ਹੋਇਆ ਸੀਗਾ। ਉਹਨਾਂ ਨੇ ਰਾਤ ਵੀ ਜਿਹੜੇ ਹੈਗੇ ਨੇ ਫਿਰੋਜ਼ਪੁਰ ਵੱਲੋਂ ਚਾਹੁੰਦੇ ਸੀ ਕਿ ਰੈਲੀ ਦਾ ਘਿਰਾਓ ਕਰਨਾ ਹੈ। ਉਹਨਾਂ ਦੇ ਲੀਡਰ ਇਹ ਵੀ ਕਹਿ ਰਹੇ ਸੀ ਕਿ ਅਸੀਂ ਰੈਲੀ ਕਰਨ ਤੋਂ ਕਿਸੇ ਨੂੰ ਰੋਕਣਾ ਨਹੀਂ, ਅਸੀਂ ਸਿਰਫ ਰੈਲੀ ਦਾ ਵਿਰੋਧ ਕਰਨਾ ਹੈ। ਵਿਰੋਧ ਇਸ ਤਰ੍ਹਾਂ ਜਿਹੜੀ ਉਗਰਾਹਾਂ ਜਥੇਬੰਦੀ ਹੈ, ਜਾਂ ਆਪਾਂ ਕਹਿ ਦਈਏ ਕਿਰਤੀ ਕਿਸਾਨ ਯੂਨੀਅਨ ਵਾਲੇ ਨੇ, ਜਾਂ ਦਰਸ਼ਨਪਾਲ ਦੀ ਜਥੇਬੰਦੀ ਹੈ, ਇਹਨਾਂ ਨੇ ਵੀ ਅਲੱਗ-ਅਲੱਗ ਥਾਵਾਂ 'ਤੇ, ਕਿਸੇ ਨੇ ਬਲਾਕ ਪੱਧਰ 'ਤੇ, ਕਿਸੇ ਨੇ ਜ਼ਿਲ੍ਹਾ ਪੱਧਰ 'ਤੇ ਉਹ ਜਿਹੜੇ ਪ੍ਰਧਾਨ ਮੰਤਰੀ ਦੇ ਪੁਤਲੇ ਫੂਕਣ ਦਾ ਪ੍ਰੋਗਰਾਮ ਬਣਾਇਆ ਸੀਗਾ। ਔਰ ਕਿਸੇ ਵੱਲੋਂ ਵੀ ਰੈਲੀ ਦੇ ਵਿੱਚ ਵਿਘਨ ਪਾਉਣ ਦਾ ਕੋਈ ਇੱਦਾਂ ਦਾ ਪ੍ਰੋਗਰਾਮ ਹੈ ਜਿਹੜਾ ਚਾਕ ਆਊਟ ਨਹੀਂ ਕੀਤਾ ਗਿਆ ਸੀ। ਪਰ ਲੋਕਾਂ ਦੇ ਵਿੱਚ ਜਿਹੜਾ ਪਿਛਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਇੱਕ ਤਰ੍ਹਾਂ ਦਾ ਜਿਹੜਾ ਅੰਦਰੋਂ ਅੰਦਰ ਰੋਹ ਬਣਿਆ ਹੋਇਆ ਸੀ, ਉਹ ਸਾਨੂੰ ਲੱਗਦਾ ਹੈਗਾ ਕਿ ਉਹ ਕਿਤੇ ਨਾ ਕਿਤੇ ਬਰਕਰਾਰ ਰਿਹਾ ਹੈਗਾ। ਔਰ ਜਿਹੜੇ ਕਿਸਾਨ ਆਗੂ ਹੈ, ਉਹ ਵੀ ਇਹ ਕਹਿ ਰਹੇ ਨੇ ਕਿ ਪਹਿਲਾਂ ਇੱਕ ਮਾਹੌਲ ਸਿਰਜਿਆ ਜਾਣਾ ਚਾਹੀਦਾ ਸੀਗਾ ਕਿ ਜਿਹੜੀਆਂ ਸਾਡੀਆਂ ਡਿਊ ਮੰਗਾਂ ਨੇ, ਕਿ ਜਿਸ ਤਰ੍ਹਾਂ ਹੈਗਾ MSP 'ਤੇ ਕਮੇਟੀ ਬਣਾਈ ਜਾਣ ਦੀ ਗੱਲ ਸੀ, ਉਹ 'ਤੇ ਕਮੇਟੀ 'ਤੇ ਅਜੇ ਤੱਕ ਨਹੀਂ ਬਣਾਈ, ਜਾਂ ਕੇਸ ਵਾਪਸ ਲੈਣ ਦੀ ਗੱਲ ਸੀ, ਕੇਸ ਵਾਪਸ ਨਹੀਂ ਲਏ ਗਏ ਅਜੇ ਤੱਕ, ਅਤੇ ਜਾਂ ਮੁਆਵਜ਼ੇ ਦੀ ਗੱਲ, ਕੰਪਨਸੇਸ਼ਨ ਦੀ ਗੱਲ ਹੈ, ਉਹ ਗੱਲ ਹੈ। ਜਾਂ ਵੱਡੀ ਗੱਲ ਇਹ ਕਿਹਾ ਜਾਂਦਾ ਕਿ ਅਸੀਂ ਇੰਨੀ ਜਲਦੀ ਕਿਵੇਂ ਭੁੱਲ ਜਾਈਏ ਕਿ ਸਾਡੇ ਤਾਂ 750 ਕਿਸਾਨ ਮਜ਼ਦੂਰਾਂ ਦੇ ਘਰੇ ਜਿਹੜੀਆਂ ਅਰਥੀਆਂ ਵਿਛੀਆਂ ਸੀ, ਜਾਂ 70 ਵਿਛੇ ਸੀਗੇ। ਤਾਂ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਕਹਿ ਰਹੇ ਨੇ ਕਿਸਾਨ ਆਗੂ ਕਿ ਲੋਕਾਂ ਦੇ ਵਿੱਚ ਅਜੇ ਸ਼ਿਕਵਾ ਜਿਹੜਾ ਬਰਕਰਾਰ ਹੈਗਾ। ਅਤੇ ਇੱਕ ਇਹ ਵੀ ਸੀਗਾ ਕਿ ਕਿਸਾਨ ਘੋਲ ਤੋਂ ਬਾਅਦ ਜਦੋਂ ਪੋਲੀਟੀਕਲ ਸ਼ੁਰੂ ਹੋ ਗਈਆਂ, ਕੁਛ ਤਰ੍ਹਾਂ ਰਾਜਸੀ ਮੈਦਾਨ ਦੇ ਵਿੱਚ ਕੁੱਦਣ ਦੀ ਤਿਆਰੀ ਕਰਨ ਦੇ ਲੱਗ ਗਈਆਂ ਸੀ, ਤਾਂ ਉਦੋਂ ਬਾਅਦ ਇਹ ਵੀ ਲੱਗਣ ਲੱਗ ਗਿਆ ਸੀ ਪੋਲੀਟੀਕਲ ਪਾਰਟੀਆਂ ਨੂੰ ਕਿ ਹੁਣ ਕਿਸਾਨ ਖਿੰਡ ਪੁੰਡ ਗਏ ਨੇ, ਅਤੇ ਸ਼ਾਇਦ ਲੋਕ ਵੀ ਭੁੱਲ ਭੁਲਾ ਜਾਣਗੇ, ਲੋਕਾਂ ਨੂੰ ਫਿਰ ਮੂਰਖ ਬਣਾ ਲਾਇਆ ਜਾਵੇ। ਅੱਜ ਵੀ ਜਿਹੜੇ ਕਿਤੇ ਕਾਫੀ ਥਾਵਾਂ 'ਤੇ ਸਾਨੂੰ ਇਹ ਰਿਪੋਰਟਾਂ ਮਿਲੀਆਂ ਨੇ ਕਿ ਕੁਛ ਲੋਕਾਂ ਨੇ ਆਪ ਮੁਹਾਰੇ ਜਿਹੜੀਆਂ ਇਸ ਕਿਸਮ ਦੇ ਐਕਸ਼ਨ ਕੀਤੇ ਆ, ਵਿਰੋਧ ਕੀਤੇ ਆ, ਰੋਸ ਜ਼ਾਹਰ ਕੀਤੇ ਨੇ ਪਾਸੇ ਉੱਠ ਕੇ। ਇਹਦਾ ਮਤਲਬ ਕਿ ਲੋਕਾਂ ਦੇ ਵਿੱਚ ਸੋਝੀ ਹੈ, ਉਹ ਆਈ ਹੈ, ਚੇਤਨਤਾ ਆਈ ਹੈ। ਉਹਨਾਂ ਨੂੰ ਲੱਗਦਾ ਕਿ ਸਾਨੂੰ ਇੰਨੀ ਛੇਤੀ ਜਿਹੜਾ ਸਾਈਡਲਾਈਨ ਕੀਤਾ ਨਹੀਂ ਜਾ ਸਕਦਾ, ਅਸੀਂ ਭੁੱਲ ਨਹੀਂ ਸਕਦੇ। ਖਾਸ ਕਰਕੇ ਹਵਾਲਾ ਦਿੰਦੇ ਜਿਨ੍ਹਾਂ ਕਿਸਾਨਾਂ ਦੇ ਵਾਰਸ ਚਲੇ ਗਏ, ਪਰਿਵਾਰ ਚਲੇ ਗਏ ਵਿਚਾਰੇ, ਜਿਨ੍ਹਾਂ ਨੇ ਗਰਮੀ ਸਰਦੀ ਉੱਥੇ ਟਿੱਕਰੀ ਔਰ ਸਿੰਘੂ ਬਾਰਡਰ 'ਤੇ ਸਹੀ ਹੈ। ਇਹ ਸਾਰੀਆਂ ਗੱਲਾਂ ਨੂੰ ਲੈ ਕੇ ਕਿਸਾਨਾਂ ਨੇ ਆਪਣਾ ਜਿਹੜਾ ਪ੍ਰੋਟੈਸਟ ਹੈ, ਆਪਣਾ ਜਿਹੜਾ ਗੁੱਸਾ ਉਹ ਜ਼ਾਹਰ ਕਰਨ ਲਈ ਰੱਖਿਆ ਹੋਇਆ ਸੀ। ਕਿਸੇ ਨੇ ਬਲਾਕ ਪੱਧਰ 'ਤੇ ਰੱਖਿਆ ਸੀ, ਕਿਸੇ ਨੇ ਫਿਰੋਜ਼ਪੁਰ ਰੈਲੀ ਵਾਲੀ ਥਾਂ 'ਤੇ ਇੱਕ ਤਰ੍ਹਾਂ ਦਾ ਵਿਰੋਧ ਕਰਨ ਦਾ ਯਤਨ ਕੀਤਾ ਸੀ। ਹਾਲਾਂਕਿ ਰਾਤੀ ਗਜਿੰਦਰ ਸਖਾਵਤ ਹੋਰਾਂ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਉਹਨਾਂ ਨੇ ਮੀਟਿੰਗ ਕਰਕੇ 15 ਜਨਵਰੀ ਦੀ ਜਿਹੜੀ ਮੀਟਿੰਗ ਹੈ ਦਿੱਲੀ ਦੇ ਵਿੱਚ, ਉਹ ਤੈਅ ਕਰ ਲਈ ਸੀ। ਪਰ ਹੁਣ ਜਿਹੜੀਆਂ ਗਿਣਤੀਆਂ ਮਿਣਤੀਆਂ ਹੋਰ ਕਿਸਮ ਦੀਆਂ ਹੋ ਗਈਆਂ ਨੇ। ਭਾਜਪਾ ਦੇ ਵਿੱਚ ਇੱਕ ਤਰ੍ਹਾਂ ਦੀ ਨਮੋਸ਼ੀ ਵੀ ਹੈ ਇਸ ਗੱਲ ਨੂੰ ਲੈ ਕੇ, ਖਾਸ ਕਰਕੇ ਉਹਨਾਂ ਦੇ ਭਾਈਵਾਲਾਂ ਦੇ ਵਿੱਚ ਵੀ। ਅੱਜ ਕੈਪਟਨ ਅਮਰਿੰਦਰ ਸਿੰਘ ਤਾਂ ਰੈਲੀ ਵਾਲੀ ਥਾਂ 'ਤੇ ਪਹੁੰਚ ਗਏ ਸੀ, ਅਤੇ ਸੁਖਦੇਵ ਸਿੰਘ ਢੀਂਡਸਾ ਜਿਹੜਾ ਉਹ ਕਰੋਨਾ ਪੋਜ਼ੀਟਿਵ ਆਉਣ ਕਰਕੇ ਰਸਤੇ ਤੋਂ ਵਾਪਸ ਆ ਗਏ ਨੇ, ਕਿਉਂਕਿ ਹੁਣ ਇਹਦਾ ਅਸਰ ਹੈ ਜਿਹੜਾ ਪੰਜਾਬ ਦੀ ਸਿਆਸਤ 'ਤੇ ਪਵੇਗਾ ਆਉਣ ਵਾਲੇ ਦਿਨ 'ਚ, ਕਿਉਂਕਿ ਚੋਣਾਂ ਤਾਂ ਸਿਰ 'ਤੇ ਨੇ, ਔਰ ਜਿਹੜਾ ਕੋਡ ਆਫ ਕੰਡਕਟ ਹੈ ਉਹ ਕਿਸੇ ਟਾਈਮ ਵੀ ਉਹ ਅਨਾਊਂਸ ਹੋ ਸਕਦਾ ਹੈ। ਤਾਂ ਇਹ ਸਾਰੀਆਂ ਚੀਜ਼ਾਂ ਨੂੰ ਦੇਖਣਾ ਪਏਗਾ, ਔਰ ਇਸ ਨੂੰ ਇੱਕ ਸਿਕਿਉਰਿਟੀ ਲੈਪਸ ਦੇ ਤੌਰ 'ਤੇ ਇਹਨੂੰ ਕੇਂਦਰ ਕਿਸ ਤਰ੍ਹਾਂ ਲੈਂਦੀ ਹੈ, ਕਿਉਂਕਿ ਪ੍ਰਧਾਨ ਮੰਤਰੀ ਨਾਰਾਜ਼ ਹੋਏ ਨੇ, ਉਹਦੀ ਰਿਫਲੈਕਸ਼ਨ ਕੀ ਆਉਂਦੀ ਆ, ਉਹਦਾ ਅਸਰ ਸੂਬੇ 'ਤੇ ਕੀ ਪੈਂਦਾ ਹੈ, ਸਰਕਾਰ 'ਤੇ ਕੀ ਪੈਂਦਾ ਹੈ, ਪੰਜਾਬ ਦੇ ਆਮ ਲੋਕਾਂ 'ਤੇ ਕੀ ਪੈਂਦਾ ਹੈ, ਕਿਸਾਨ ਧਿਰਾਂ 'ਤੇ ਕੀ ਪੈਂਦਾ ਹੈ। ਇਹ ਸਾਰੇ ਮੁੱਦੇ ਜਿਹੜੇ ਵਿਚਾਰਨ ਵਾਲੀ ਗੱਲ ਹੈ। ਆਉਣ ਵਾਲੇ ਇਹਨਾਂ ਸਾਰੇ ਮੁੱਦਿਆਂ 'ਤੇ ਗੌਰ ਕਰਨੀ ਬਣਦੀ ਹੈ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ, ਜਿਨ੍ਹਾਂ ਨੇ ਦੱਸਿਆ ਵੀ ਕਿ ਪ੍ਰਧਾਨ ਮੰਤਰੀ ਦੇ ਅੱਜ ਜਿਹੜਾ ਦੌਰਾ ਰੱਦ ਹੋਇਆ, ਉਹਦੇ ਵੱਖ-ਵੱਖ ਪਹਿਲੂ ਕੀ ਸੀ, ਕਿੱਥੇ ਸੁਰੱਖਿਆ ਜਿਹੜਾ ਲੈਪਸ ਹੋਈ ਹੈ, ਕਿੱਥੇ ਜਿਹੜਾ ਹੋਰ ਭਾਜਪਾਈਆਂ ਦੀ ਕਮੀਆਂ ਰਹੀਆਂ ਨੇ, ਕੀ ਲੋਕਾਂ ਦੇ ਮਨਾਂ 'ਚ ਨਮੋਸ਼ੀ ਸੀਗੀ ਜਿਸ ਕਰਕੇ ਉਹਨਾਂ ਨੇ ਆਪ ਮੁਹਾਰੇ ਹੋ ਕੇ ਪ੍ਰਧਾਨ ਮੰਤਰੀ ਦਾ ਵਿਰੋਧ ਕੀਤਾ। ਇਸ ਬਾਰੇ ਵੱਖ-ਵੱਖ ਤਰ੍ਹਾਂ ਦੇ ਉਹਨਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।